गौरव जी, जिथे तक ते फोटो खिचाने का सवाल है, फोटो तो रोज ही खिचाते रहे और पूरे पूरे अखबार दियां एडां च आप भगवंत मान जी देखते हैं। फोटो का शौक तो इन्हों का जो है अपन सारे पता ही है। चलो, नीति आयोग च बैठक च ना जाना, मैं समझदा इस तो मंदभागा कुछ नहीं हो सकता। अपनी नलैकी छुपाने वास्ते आप दूजे ते दोष लाना, यह आम आदमी पार्टी के DNA उसकी फितरत हैगी है। मैंने एक चीज दसो, नीति आयोग की बैठक क्यों होंगी है? क्या इन्होंने पूरी संघेड़ा साहब तो बहुत सियाने ने और सियाने अफसर ने, मैं इन्हां दा सत्कार भी बहुत करदा। ये चंगी तरह जानते ने पंजाब दा उन्हां ते विचार हुंदा है। जे बाकी सारे आप सिर्फ ये कहिए जी पंजाब दे गल नहीं सुनते, बाकी जिहड़ी बाकी स्टेटां आ रही ने, चाहे ऑपोजिशन रूल्ड ने चाहे बीजेपी रूल्ड स्टेट्स हैगियां ने, जो सारियां स्टेटां उस पार्टिसिपेट करदियां ने, ये अनोखे जम्मे ने जिन्हां दी कोई गल नहीं सुनदा। ਇਹਦਾ मतलब ਇਹਨਾਂ ਦੀਆਂ ਗੱਲਾਂ ਜ਼ਿਆਦਾਤਰ ਇਰੈਲੇਵੈਂਟ ਹੁੰਦੀਆਂ ਹੋਣਗੀਆਂ ਜਿਹੜੀਆਂ ਪੂਰੀਆਂ ਨਹੀਂ ਹੋ ਪਾਉਂਦੀਆਂ। नहीं, ममता बनर्जी भी नहीं आ रहे, जो साडे कोल जानकारी है ममता बनर्जी भी नहीं आ रहे। मैं एक अगे सुन लो मेरी गल। ਹੁਣ ਇਹਨੇ ਸਵੇਰੇ ਪਹਿਲਾਂ ਬਿਆਨ ਦਿੱਤਾ ਸਾਡਾ RDF ਨਹੀਂ ਦਿੱਤਾ, ਇਸ ਕਰਕੇ ਅਸੀਂ ਨਹੀਂ ਜਾ ਰਹੇ। ਪਹਿਲਾ ਬਿਆਨ ਇਹਨਾਂ ਦਾ ਇਹੀ ਆਇਆ ਸੀਗਾ। ਸਿੰਗਲ ਸਾਹਿਬ ਬੈਠੇ ਨੇ, ਪੁਰਾਣੇ ਅਫਸਰ ਨੇ, ਬਹੁਤ ਸਿਆਣੇ ਅਫਸਰ ਨੇ। ਸਿੰਗਲ ਸਾਹਿਬ ਮੈਨੂੰ ਇਹ ਦੱਸੋ, क्या ਆਪਾਂ ਸੈਂਟਰ ਗਵਰਨਮੈਂਟ ਕੋਈ ਵੀ ਗ੍ਰਾਂਟ ਜਿਹੜੀ ਦਿੰਦੀ ਹੈ ਜਾਂ ਕੋਈ ਵੀ ਉਥੋਂ ਏਡ ਆਉਂਦੀ ਹੈ, ਉਹਦਾ ਯੂਟੀਲਾਈਜੇਸ਼ਨ ਸਰਟੀਫਿਕੇਟ ਜਾਂ ਉਹਦੀ ਯੂਟੀਲਾਈਜੇਸ਼ਨ ਜਿਹੜੇ ਕੰਮਾਂ ਤੇ ਕੀਤੀ ਜਾਣੀ ਚਾਹੀਦੀ ਹੈ, ਇੱਕ ਸਪੈਸੀਫਾਈਡ RDF ਦਾ ਕਿ ਵੀ ਉਹ ਮੰਡੀਆਂ ਦੇ ਰੱਖ ਰਖਾਵ ਵਾਸਤੇ ਹੋਏਗੀ, ਮੰਡੀਆਂ ਦੇ ਫਰਸ਼ ਪੱਕੇ ਕਰਨ ਵਾਸਤੇ ਹੋਏਗੀ, ਫਸਲਾਂ ਦੇ ਸ਼ੈੱਡ ਬਣਾਏ ਜਾਣਗੇ ਜਿੱਥੇ ਫਸਲਾਂ ਰੱਖੀਆਂ ਜਾ ਸਕਣ, ਕਿਸਾਨ ਜਿਹੜੇ ਆਉਂਦੇ ਨੇ ਉੱਥੇ ਸ਼ੈੱਡ ਜਾਂ ਉਹਨਾਂ ਦੇ ਰੁਕਣ ਦੀ ਵਿਵਸਥਾ ਹੋਵੇ, ਪਾਣੀ ਦੀ ਵਿਵਸਥਾ ਹੋਵੇ, ਉਹਨਾਂ ਦੇ ਟਾਇਲਟਸ ਦੀ ਵਿਵਸਥਾ ਹੋਵੇ, ਪਿੰਡਾਂ ਦੀ ਸੜਕਾਂ ਬਣਨ ਦੀ ਵਿਵਸਥਾ ਹੋਵੇ। ਇਹ ਸਾਰੇ ਕੰਮ ਵਾਸਤੇ ਹੀ ਸਿਰਫ RDF ਯੂਜ਼ ਕੀਤਾ ਜਾਂਦਾ ਹੈ। ਲੇਕਿਨ ਪੰਜਾਬ ਦੀ ਬਦਕਿਸਮਤੀ ਕੀ ਹੈ ਕਿ ਪੰਜਾਬ ਦਾ ਆਲਰੇਡੀ ਮੰਡੀ ਬੋਰਡ ਦਾ ਜਿੰਨੀ ਇਨਕਮ ਹੈਗੀ ਹੈ ਉਹ ਸਾਰੀ ਸਾਰੀ ਤੇ ਪਲੇਜ ਕੀਤੀ ਹੋਈ ਹੈ। यानी कि लगभग 1100 करोड़ रुपया ਜਿਹੜਾ ਇਹ ਕਹਿੰਦੇ ਨੇ ਕਿ ਆਣਾ ਹੈਗਾ, ਉਹ ਸਾਰੇ ਦੇ ਸਾਰੇ ਪਹਿਲਾਂ ਹੀ ਅਸੀਂ ਪਲੇਜ ਕੀਤਾ ਹੈ। ਤੇ ਫਿਰ RDF ਦੀ ਜਿਹੜੀ ਸ਼ਰਤਾਂ ਨੇ ਉਹ ਕਿਵੇਂ ਪੂਰੀਆਂ ਹੋ ਸਕਦੀਆਂ ਨੇ? ਉਹ ਸ਼ਰਤਾਂ ਪੂਰੀਆਂ ਨਾ ਹੋਣ ਕਰਕੇ, ਕਿਉਂਕਿ ਪਿਛਲਾ ਹਿਸਾਬ ਨਹੀਂ ਦੇ ਰਹੇ, ਅਗਲਾ ਰਿਲੀਜ਼ ਨਹੀਂ ਹੋ ਰਿਹਾ। ਕੇਂਦਰ ਦੀ ਕੋਈ ਐਸੀ ਮਨਸ਼ਾ ਨਹੀਂ ਕਿ RDF ਫੰਡ ਰੋਕਣਾ ਹੈ। ਇਹ ਅੱਜ ਹਿਸਾਬ ਦੇ ਦੇਣ, ਸਵੇਰੇ ਇਹਨਾਂ ਦੀ ਸਾਰੀ ਪੇਮੈਂਟ ਰਿਲੀਜ਼ ਹੋ ਜਾਏਗੀ। ਪਿਛਲੀ ਪੇਮੈਂਟ ਆਈ ਹੈ। ਪ੍ਰੋਬਲਮ ਇਹ ਹੈ ਕਿ ਪਿਛਲਾ ਹਿਸਾਬ ਦਿੰਦੇ ਨਹੀਂਗੇ, ਦੇ ਸਕਦੇ ਨਹੀਂ, ਕਿਉਂਕਿ ਯੂਟੀਲਾਈਜੇਸ਼ਨ ਕਿਸੇ ਹੋਰ ਹੈਡ 'ਚ ਕੀਤੀ ਹੋਈ ਹੈ। ਜਿਹੜੀ ਜਿਸ ਫੰਡ ਨੂੰ ਤੁਸੀਂ 100% ਔਰ ਅੱਜ ਦੀ ਡੇਟ ਵੀ ਜੇ ਅੱਜ ਵੀ RDF ਆ ਜਾਵੇ ਗੌਰਵ ਜੀ ਤੇ ਉਹ ਇਹ ਯੂਟੀਲਾਈਜ਼ ਨਹੀਂ ਕਰ ਸਕਦੇ। ਇਹਨਾਂ ਨੂੰ ਬੈਂਕ ਦੇ ਕਰਜ਼ੇ 'ਚ ਉਹਨੂੰ ਚੁਕਾਉਣਾ ਪਏਗਾ। ਅੱਜ ਵੀ ਜੇ ਅੱਜ RDF ਆ ਜਾਵੇ ਨਾ, ਉਹ ਆਲਰੇਡੀ ਪਲੇਸਡ ਹੈਗਾ। ਔਰ ਇਹੀ ਕਾਰਨ ਹੈ ਕਿ ਪੰਜਾਬ ਮੰਡੀ ਬੋਰਡ ਜਿਹੜਾ ਹੈਗਾ ਅੱਜ ਡਿਫਾਲਟਰ ਹੋ ਗਿਆ, ਕਿਉਂਕਿ RDF ਨਹੀਂ ਆਇਆ ਤੇ ਇਹ ਕਿਸ਼ਤ ਨਹੀਂ ਦੇ ਪਾਏ ਜੀ। ਸੋ ਅਸਲੀ ਜਿਹੜਾ RDF ਦਾ ਚਿਹਰਾ ਉਹ ਤੇ ਆਮ ਆਦਮੀ ਪਾਰਟੀ ਦਾ ਇਹ ਹੈਗਾ। ਆਪਣੀ ਕਰਨੀ ਜਿਹੜੀ ਹੈਗੀ ਆ ਉਹਦੇ ਤੇ ਧਿਆਨ ਨਹੀਂ ਕਰਦੇ ਕਿ ਅਸੀਂ ਕਿਹੜੇ ਕਰਮ ਕਰਦੇ ਪਏ ਆ, ਕਿਹੜਾ ਪੈਸਾ ਕਿੱਥੇ ਯੂਜ਼ ਕਰਦੇ ਪਏ ਆ। ਲੇਕਿਨ ਇੱਕ ਔਰ ਮੈਂ ਸਮਝਦਾ ਕਿ ਨੀਤੀ ਆਯੋਗ ਦੀ ਬੈਠਕ 'ਚ ਨਾ ਜਾਣਾ ਨਾ ਸਿਰਫ ਮੰਦਭਾਗਾ ਹੈ, ਬਾਕੀ ਇਹਨਾਂ ਨੇ ਪੰਜਾਬ ਨਾਲ ਗੱਦਾਰੀ ਕੀਤੀ ਹੈ, ਪੰਜਾਬ ਦੇ ਹਿੱਤਾਂ ਨਾਲ ਗੱਦਾਰੀ ਕੀਤੀ ਹੈ। ਚਲੋ ਪੰਜਾਬ ਦੇ ਹਿੱਤ ਨਹੀਂ ਰੱਖਣਗੇ ਤੇ ਉਹ ਇਸ਼ੂ ਸੌਰਟ ਆਊਟ ਨਹੀਂ ਹੋ ਸਕਦੇ। ਸੰਘੇੜਾ ਸਾਹਿਬ ਦੇਖੋ, ਜੇ ਪੰਜਾਬ ਦਾ ਪੱਖ ਨੀਤੀ ਆਯੋਗ ਦੇ ਵਿੱਚ ਰੱਖਣ ਦੇ ਲਈ CM ਜਾਂ ਕੋਈ ਹੋਰ ਨੁਮਾਇੰਦਾ ਨਹੀਂ ਜਾ ਰਿਹਾ ਤਾਂ ਫਿਰ ਪੰਜਾਬ ਦਾ ਪੱਖ ਰੱਖੇਗਾ ਕੌਣ? ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਇਹ ਤਾਂ ਮੌਕਾ ਹੁੰਦਾ ਹੈ ਕਿ ਜਾ ਕੇ ਸੈਂਟਰ ਦੇ ਕੋਲ ਜਾਂ ਫਿਰ ਜਦੋਂ ਇੰਨੀ ਵੱਡੀ ਮੀਟਿੰਗ ਹੋ ਰਹੀ ਹੈ, ਦੇਸ਼ ਭਰ ਦੇ CM ਪਹੁੰਚ ਰਹੇ ਨੇ, ਮੌਕਾ ਹੁੰਦਾ ਹੈ ਤੇ ਉਹ ਸਾਡੇ ਹੱਥੋਂ ਖੁੰਝ ਰਿਹਾ ਹੈ। ਗੌਰਵ ਜੀ, ਸਰੀਨ ਸਾਹਿਬ ਨੇ ਬਹੁਤ ਆਬਜੈਕਸ਼ਨੇਬਲ ਸ਼ਬਦਾਵਲੀ ਤੇ ਬਹੁਤ ਕਰੋੜ ਮਰੋੜ ਕੇ ਗੱਲਾਂ ਪੇਸ਼ ਕੀਤੀਆਂ ਆ। ਇਹ ਕੌਣ ਕਹਿੰਦਾ ਆ ਵੀ ਪੱਖ ਨਹੀਂ ਰੱਖਣਾ ਜਾਂ ਪੱਖ ਨਹੀਂ ਰੱਖਣਾ ਚਾਹੁੰਦੇ ਆ? ਪੱਖ ਹੀ ਰੱਖ ਰਹੇ ਆ। ਜਦੋਂ ਤੁਸੀਂ ਡਿਬੇਟ ਵੀ ਕਰਾ ਰਹੇ ਹੋ, ਹਮੇਸ਼ਾ ਹੀ ਜਾ ਕੇ ਪੱਖ ਰੱਖਦੇ ਆ। ਗੱਲਾਂ ਹਾਈਲਾਈਟ ਹੋਈਆਂ ਆ। ਸਰੀਨ ਜੀ ਕਹਿੰਦੇ ਆ ਉੱਥੇ ਮੰਗਾਂ ਦਾ ਪਤਾ ਲੱਗੇਗਾ, ਉੱਥੇ ਦੁੱਖ ਦਾ ਪਤਾ ਲੱਗੇਗਾ। ਉਹ ਤਾਂ ਕੰਧ ਤੇ ਲਿਖਿਆ ਹੋਇਆ, ਉਹੀ ਆਪਾਂ ਹੁਣ ਇੱਥੇ ਬੋਲ ਰਹੇ ਆ। ਜਦੋਂ ਉਹਦਾ ਕੋਈ ਹੱਲ ਹੀ ਨਹੀਂ ਨਿਕਲਦਾ। ਇੱਕ ਇਹ ਵੀ ਹੱਲ ਹੈ ਗੌਰਵ ਜੀ, ਇਹ ਵੀ ਹੱਲ ਹੈ ਆਪਣਾ ਵਿਰੋਧ ਜਿਹੜਾ ਆ ਦਰਜ ਕਰਾਉਣ ਦਾ। ਸ਼ਾਇਦ ਕੇਂਦਰ ਸਰਕਾਰ ਨੂੰ ਸ਼ਰਮ ਆ ਜਾਵੇ, ਸ਼ਾਇਦ BJP ਵਾਲੇ ਪ੍ਰਵਕਤਾ ਸਾਡੇ ਲਈ ਗਦਾਰ ਲਫ਼ਜ਼ ਵਰਤ ਰਹੇ ਆ। ਮੈਂ ਇਹ ਕਹੂੰਗਾ ਵੀ ਰੀਅਲ ਗਦਾਰ ਮੁਲਕ ਦੇ ਜਿਨ੍ਹਾਂ ਨੇ ਮੁਲਕ ਵੇਚਤਾ, ਸ਼ਾਇਦ ਇਹਨਾਂ ਗਦਾਰਾਂ ਨੂੰ ਸ਼ਰਮ ਆ ਜਾਵੇ ਕਿ ਪੰਜਾਬ ਜਿਹੜਾ ਹੈ, ਇਹ ਕਹਿੰਦੇ ਪੰਜਾਬ ਦਾ ਵੀ ਪਤਾ ਲੱਗੇਗਾ। ਪੰਜਾਬ ਕੋਈ ਨਵੇਕਲੇ ਨੇ ਪੰਜਾਬ ਵਾਲੇ?
ਹਾਂ ਸਰੀਨ ਸਾਹਿਬ, ਅਸੀਂ ਨਿਵੇਕਲੇ ਆ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ, ਹੁਣ ਇੰਡੀਆ ਦੇ ਕੇਂਦਰੀ ਪੂਲ ਤੇ ਅਨਾਜ ਦੇਣ ਲਈ ਸਭ ਤੋਂ ਵੱਧ ਹਿੱਸਾ, ਸਭ ਤੋਂ ਵੱਧ। ਤੇ ਪੰਜਾਬ ਉਹੀ ਆ, ਜਦੋਂ ਤੁਸੀਂ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹਣ ਲੱਗੇ ਸੀ, ਗੋਡਣੀਆਂ ਵੀ ਲਵਾਉਣ ਚ ਕੇਂਦਰ ਦੀਆਂ ਪੰਜਾਬ ਮੋਹਰੇ ਸੀਗਾ। ਸੋ ਕੇਂਦਰ ਨੂੰ ਤੁਸੀਂ ਸਮਝਾਓ, ਆਪਣੀ ਸਰਕਾਰ ਨੂੰ, ਮੋਦੀ ਸਾਹਿਬ ਨੂੰ। ਸਾਡੀ ਵੀ ਸਰਕਾਰ ਨੇ, ਸਾਡੇ ਵੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਸੰਘੇੜਾ ਸਾਹਿਬ, ਨੁਕਸਾਨ ਹੋਏਗਾ ਕਿ ਨਹੀਂ ਹੋਏਗਾ ਬੈਠਕ ਦੇ ਵਿੱਚ ਨਾ ਜਾ ਕੇ? ਪੰਜਾਬ ਦਾ ਪੱਖ ਜੇ ਨਹੀਂ ਰੱਖਿਆ ਜਾਏਗਾ, ਤੁਹਾਨੂੰ ਲੱਗਦਾ ਕਿ ਕੋਈ ਨੁਕਸਾਨ ਨਹੀਂ ਹੋਣਾ? ਪੰਜਾਬ ਦਾ ਪੱਖ ਹੀ ਰੱਖ ਰਹੇ ਆ ਜੀ। ਜਿਹੜੇ ਸਰੀਨ ਸਾਹਿਬ ਕਹਿ ਰਹੇ ਨਾ ਕਿ ਆਰਡੀਐਫ ਕੋ ਗ੍ਰਾਂਟ ਜਦੋਂ ਏਡ ਦੇ ਦਿਆ, ਯੂਟਿਲਾਈਜੇਸ਼ਨ ਸਰਟੀਫਿਕੇਟ, ਉਹਦੀ ਵਰਤੋਂ, ਉਹਦਾ ਫਲਾਣਾ ਜੀ। ਗੌਰਵ ਜੀ, ਚਲੋ ਮੈਂ ਇੱਕ ਹੋਰ ਚੀਜ਼ ਪੁੱਛਦਾ ਸੰਘੇੜਾ ਸਾਹਿਬ, ਇੱਕ ਹੋਰ ਚੀਜ਼ ਜੀ। ਗੌਰਵ ਜੀ, ਇੱਕ ਗੱਲ ਨੂੰ ਹਾਈਲਾਈਟ ਕਰ ਲੈਣ ਦਿਓ, ਇਹ ਗ੍ਰਾਂਟ ਜਾਂ ਏਡ ਨਹੀਂ ਹੈ। ਜੋ ਕੁਛ ਇਹਨਾਂ ਨੇ ਖਰੀਦਿਆ ਹੈ, ਉਹਦੀ ਇੱਕ ਹਿੱਸੇ ਦੀ ਪੇਮੈਂਟ ਹੈ। ਇਹ ਪੰਜਾਬ ਦਾ ਹੀ ਪੈਸਾ ਆ। ਠੀਕ ਹੈ, ਚਲੋ ਮੇਰਾ ਇੱਕ ਛੋਟਾ ਜਿਹਾ ਜਵਾਬ ਦੇ ਦਿਓ, ਮੈਂ ਉਸ ਤੋਂ ਬਾਅਦ ਅੱਗੇ ਵਧਾਂ। ਸੰਘੇੜਾ ਸਾਹਿਬ, ਇਹ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ, ਸੰਘੇੜਾ ਸਾਹਿਬ, ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਇਹ ਆਰਡੀਨੈਂਸ ਦਾ ਵਿਰੋਧ ਹੈ ਜਾਂ ਫਿਰ ਆਰਡੀਐਫ ਦਾ ਪੈਸਾ ਨਹੀਂ ਮਿਲਿਆ ਜਾਂ ਪੁਰਾਣੀਆਂ ਮੀਟਿੰਗਾਂ ਦਾ ਜ਼ਿਕਰ ਹੈ? ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਜਿਹੜਾ ਆ, ਉਹ ਆਰਡੀਐਫ ਦਾ ਪੈਸਾ ਨਹੀਂ ਮਿਲਿਆ, ਪੰਜਾਬ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਰਿਹਾ, ਪੰਜਾਬ ਨਾਲ ਵਿਤਕਰਾ ਕਰ ਰਿਹਾ। ਆਰਡੀਨੈਂਸ ਦਾ ਵੀ ਵਿਰੋਧ ਹੈ, ਲੋਕਤੰਤਰ ਦਾ ਘਾਣ ਕਰ ਰਹੇ ਆ। ਭਾਰਤੀ ਸਰਕਾਰ ਜਿਹੜੀ ਆ, ਮੋਦੀ ਸਾਹਿਬ ਬਤੌਰ ਪ੍ਰਧਾਨ ਮੰਤਰੀ, ਤੁਸੀਂ ਦੱਸੋ, ਜੇ ਕੋਈ ਸੁਪਰੀਮ ਕੋਰਟ ਦੀ ਆਰਡਰ ਨਹੀਂ ਮੰਨਣੇ ਗੌਰਵ ਜੀ, ਲੋਕ ਕਿੱਥੇ ਜਾਣਗੇ? ਸਰੀਨ ਸਾਹਿਬ, ਤੁਸੀਂ ਤਾਂ ਆਪ ਇੱਕ ਲੀਗਲ ਬੰਦੇ ਹੋ, ਮੈਨੂੰ ਦੱਸੋ ਤਾਂ ਸਹੀ, ਜੇ ਸਰਕਾਰਾਂ ਦੇ ਹੱਕ ਚ ਹੋਏ ਸੁਪਰੀਮ ਕੋਰਟ ਦੇ ਆਰਡਰ, ਸਰਕਾਰਾਂ ਹੀ ਨਹੀਂ, ਕੇਂਦਰ ਸਰਕਾਰ ਹੀ ਨਹੀਂ ਮੰਨੂਗੀ। ਠੀਕ ਹੈ, ਚਲੋ ਮੈਂ ਜਵਾਬ ਲੈ ਲੈਣਾ, ਇੱਥੇ ਜ਼ਰੂਰੀ ਹੈ ਇੱਕ ਜਵਾਬ। ਖੜਿਆਲ ਸਾਹਿਬ ਔਰ ਭੁੱਲਰ ਜੀ ਥੋੜੀ ਜਿਹੀ ਵੇਟ ਕਰਿਓ। ਇਹ ਤਰੀਕਾ ਹੈ ਲੋਕਾਂ ਚ ਗੱਲ ਰੱਖਣ ਦਾ। ਸੰਘੇੜਾ ਸਾਹਿਬ, ਤੁਹਾਡੀ ਗੱਲ ਆ ਗਈ। ਸਰੀਨ ਸਾਹਿਬ, ਬਹੁਤ ਛੋਟਾ ਜਿਹਾ ਜਵਾਬ ਰੱਖਿਓ, ਬਾਕੀ ਮਹਿਮਾਨਾਂ ਦਾ ਰੁਖ ਕਰਨ। ਗੌਰਵ ਜੀ, ਸੰਘੇੜਾ ਸਾਹਿਬ, ਮੈਨੂੰ ਇੱਕ ਚੀਜ਼ ਦੱਸੋ ਜੀ। ਹਜੇ 2 ਦਿਨ ਪਹਿਲਾਂ ਹੀ ਤੇ 1200 ਕਰੋੜ ਰੁਪਏ ਸਰਵ ਸਿੱਖਿਆ ਅਭਿਆਨ ਦੇ ਵਿੱਚ ਤੁਹਾਨੂੰ ਭੇਜਿਆ ਕੇਂਦਰ ਸਰਕਾਰ ਨੇ। ਆਪਾਂ ਕਹਿੰਦੇ ਕੇਂਦਰ ਸਰਕਾਰ ਸਾਡੀ ਮਦਦ ਨਹੀਂ ਕਰਦਾ। 2 ਦਿਨ ਪਹਿਲਾਂ 1200 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਵਾਸਤੇ ਭੇਜਿਆ। ਆਪਾਂ ਕਿਵੇਂ ਕਹਿੰਦੇ ਪੰਜਾਬ ਦਾ ਧਿਆਨ ਨਹੀਂ ਕਰਦਾ? ਤੁਹਾਡੇ ਵਾਸਤੇ 1200 ਕਰੋੜ ਰੁਪਈਆ ਨੈਸ਼ਨਲ ਹੈਲਥ, 1258 ਕਰੋੜ ਰੁਪਈਆ ਨੈਸ਼ਨਲ ਹੈਲਥ ਮਿਸ਼ਨ ਵਾਸਤੇ ਕੀਤਾ। 438 ਕਰੋੜ ਰੁਪਈਆ ਤੁਹਾਨੂੰ ਪੰਜਾਬ ਨੂੰ ਭੇਜਿਆ ਕਿ ਪ੍ਰਾਇਮਰੀ ਹੈਲਥ ਸੈਂਟਰਸ ਨੂੰ ਤੁਸੀਂ ਜਿਹੜਾ ਹੈਗਾ ਅਪਗ੍ਰੇਡ ਕਰੋ, ਉਹਨਾਂ ਦੇ ਵਿੱਚ ECG ਮਸ਼ੀਨਾਂ ਲਿਆਓ, ਲੋਕਾਂ ਦੇ ਸਿਹਤ ਵਾਸਤੇ ਟੈਸਟਿੰਗ ਮਸ਼ੀਨਾਂ ਲਿਆਓ, ਐਕਸਰੇ ਮਸ਼ੀਨਾਂ ਲਿਆਓ। ਤੇ ਤੁਸੀਂ ਉਹਦਾ ਕੀ ਕੀਤਾ? ਰੰਗ ਰੋਗਨ ਕਰਕੇ ਆਮ ਆਦਮੀ ਕਲੀਨਿਕ ਦੇ ਬੋਰਡ ਲਾਤੇ ਕਿ ਜੇ ਪੇਮੈਂਟ ਨਹੀਂ ਰੁਕੂਗੀ ਤਾਂ ਕੀ ਹੋਊਗਾ? ਠੀਕ ਹੈ, ਤੁਸੀਂ ਮੇਰੇ ਸਮੱਸਿਆ ਕੀ ਹੈ? ਆਰਡੀਐਫ ਦਾ ਜਵਾਬ ਥੋੜੀ ਹੈ ਇਹ। ਸਰੀਨ ਜੀ, ਇਹ ਅੰਕਲ ਮੈਂ ਦੇ ਦੇਣਾ, ਮੈਂ ਜਵਾਬ ਦੇ ਦੇਣਾ, ਪਰ ਇਹ ਆਰਡੀਐਫ ਦਾ ਜਵਾਬ ਨਹੀਂ ਹੈ। ਸੰਘੇੜਾ ਜੀ, ਮੈਂ ਜਵਾਬ ਦੇ ਗ੍ਰਾਂਟ ਨਹੀਂ ਹੈ, ਆਰਡੀਐਫ ਪੰਜਾਬ ਦਾ ਪੈਸਾ ਹੈ। ਚਲੋ ਸਰੀਨ ਸਾਹਿਬ, ਥੋੜੀ ਵੇਟ ਕਰੋ, ਆਪਾਂ ਸਾਰਿਆਂ ਨੂੰ ਐਡ ਕਰਨੀ ਇੱਕ ਵਾਰੀ, ਇਹ ਚਰਚਾ ਅੱਗੇ ਚੱਲਦੀ ਰਹੇਗੀ। ਤੁਸੀਂ ਅੰਕੜੇ ਦੱਸਦੇ ਰਹੋਗੇ, ਉਹਨਾਂ ਨੇ ਵੀ ਦੱਸਦੇ ਰਹਿਣਾ ਕਿ ਇਹ ਪੈਸੇ ਨਹੀਂ ਦਿੱਤੇ, ਉਹ ਪੈਸੇ ਨਹੀਂ ਦਿੱਤੇ। ਜਸਟ 1 ਮਿੰਟ, ਇਹਦਾ ਜਵਾਬ ਦੇਦਾ ਮੈਂ ਜੀ। ਸੰਘੇੜਾ ਸਾਹਿਬ, ਤੁਸੀਂ ਤੇ ਅਫਸਰ ਰਹੇ ਹੋ, ਔਰ ਤੁਹਾਡੀ ਕਥਨੀ ਔਰ ਕਰਨੀ ਚ ਇੰਨਾ ਅੰਤਰ ਮੈਂ ਤੁਹਾਡੇ ਕੋਲ ਨਹੀਂ ਉਮੀਦ ਕਰਦਾ। ਬਾਕੀ ਤਾਂ ਮੰਨਦਾ ਤੁਹਾਡੇ ਸਾਰੇ ਗੱਪਾਂ ਦੇ ਕੜਾ ਮਾਰਦੇ ਨੇ, ਲੇਕਿਨ ਤੁਸੀਂ ਇੱਕ ਅੱਛੇ ਅਫਸਰ ਰਹੇ ਹੋ। ਮੈਨੂੰ ਇੱਕ ਚੀਜ਼ ਦੱਸੋ, ਤੇ ਹੁਣੇ ਆਰਡੀਐਫ ਦੇ ਵਿੱਚ ਜਿਹੜੇ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ, ਉਹ ਫਿਰ ਕਾਹਦੇ ਲਈ ਕੀਤੀ ਸੀਗੀ ਤੁਸੀਂ? ਜੇ ਟਰਮ ਐਂਡ ਕੰਡੀਸ਼ਨਸ ਨਹੀਂ ਆਰਡੀਐਫ ਦੀ ਹੈ, ਸੁਣ ਲਓ ਜੀ, ਜਿਹੜੇ ਸੁਣ ਲਓ, ਸਰੀਨ ਸਾਹਿਬ ਕਹਿ ਰਹੇ ਆਪਾਂ ਨੇ ਕਰਤੀ ਆ, ਅਸੀਂ ਅਮੈਂਡਮੈਂਟ ਕਰਤੀ ਆ, ਫਿਰ ਹੁਣ ਕਾਹਦਾ ਰੌਲਾ ਨਹੀਂ? ਉਹ ਸੁਣ ਤੇ ਲਓ, ਉਹ ਸੁਣ ਲਓ ਬਈ। ਚਲੋ ਸਰੀਨ ਸਾਹਿਬ, ਮੈਂ ਜਵਾਬ ਲਵਾਂਗਾ, ਥੋੜਾ ਜਿਹਾ ਵੇਟ ਕਰੋ ਫਿਰ ਤੁਸੀਂ ਜੀ। ਜੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸੈਂਟਰ ਦਾ ਲੈਣਾ ਦੇਣਾ ਕੋਈ ਨਹੀਂ, ਅਸੀਂ ਜਿੱਥੇ ਮਰਜ਼ੀ ਖਰਚ ਕਰੀਏ। ਤੁਹਾਡੇ ਹੁਣੇ ਧਾਲੀਵਾਲ ਦਾ ਬਿਆਨ ਸੀਗਾ ਐਗਰੀਕਲਚਰ ਮਿਨਿਸਟਰ ਦਾ ਕਿ ਜੀ ਕੇਂਦਰ ਨੇ ਜਿਵੇਂ ਆਰਡੀਐਫ ਦੇ ਅਮੈਂਡਮੈਂਟਾਂ ਕਹੀਆਂ ਸੀ, ਅਮੈਂਡਮੈਂਟਾਂ ਵੀ ਕਰ ਲਈਆਂ, ਸਾਡਾ ਪੈਸਾ ਰੁਕ ਰਿਹਾ। ਚਲੋ ਵੇਟ ਕਰੋ ਸਰ, ਆਪਾਂ ਸਾਰਿਆਂ ਨੂੰ ਐਡ ਕਰੀਏ, ਸਾਰੇ ਮਹਿਮਾਨ ਤੁਹਾਨੂੰ ਸੁਣ ਵੀ ਰਹੇ ਨੇ, ਉਹਨਾਂ ਦਾ ਬਿਆਨ ਵੀ ਜ਼ਰੂਰੀ ਹੈ। ਸਰੀਨ ਸਾਹਿਬ ਔਰ ਸੰਘੇੜਾ ਜੀ, ਥੋੜੀ ਜਿਹੀ ਵੇਟ ਕਰਿਓ ਪਲੀਜ਼, ਮੇਰੀ ਰਿਕੁਐਸਟ ਹੈ, ਥੋੜੀ ਜਿਹੀ ਵੇਟ ਕਰਿਓ। ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ, ਫਿਰ ਭੁੱਲਰ ਜੀ ਦਾ ਰੁਖ ਕਰਾਂਗਾ। ਖੜਿਆਲ ਸਾਹਿਬ, ਦੇਖੋ ਇੱਥੇ ਗੱਲ ਆਰਡੀਨੈਂਸ ਦੀ ਕਰੀਏ, ਟਵਿਸਟ ਕਰ ਰਿਹਾ ਗੱਲਾਂ ਨੂੰ ਇਹ। ਠੀਕ ਹੈ, ਮੈਂ ਤੁਹਾਡੇ ਕੋਲ ਕੱਟ ਕਰੀਏ। ਖੜਿਆਲ ਸਾਹਿਬ ਕਹਿੰਦਾ ਇਹਨਾਂ ਦੇ ਕਹਿਣ ਤੇ ਅਸੀਂ ਅਮੈਂਡਮੈਂਟ ਕਰਤੀ ਆ। ਠੀਕ ਹੈ ਖੜਿਆਲ ਸਾਹਿਬ, ਥੋੜੀ ਸੰਘੇੜਾ ਸਾਹਿਬ ਪਲੀਜ਼ ਥੋੜੀ ਵੇਟ ਕਰ ਲਓ, ਮੈਂ ਤੁਹਾਡਾ ਜਵਾਬ ਲਵਾਂਗਾ। ਸਾਰਿਆਂ ਦੇ ਆਨਸਰ ਤੁਸੀਂ ਜ਼ਰੂਰ ਕਰਨੇ ਨੇ, ਇਨਫੈਕਟ ਸਰੀਨ ਸਾਹਿਬ ਨੇ ਵੀ ਔਰ ਤੁਸੀਂ ਵੀ। ਖੜਿਆਲ ਜੀ ਦਾ ਰੁਖ ਕਰਦਾ। ਖੜਿਆਲ ਸਾਹਿਬ, ਆਰਡੀਨੈਂਸ, ਨੀਤੀ ਆਯੋਗ ਦੀ ਬੈਠਕ, ਇਸ ਵਿਚਾਲੇ ਵਿਰੋਧੀਆਂ ਦਾ ਸਾਥ। ਦੇਖੋ, ਇੱਕ ਕਿਹਾ ਜਾਂਦਾ ਹੈ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ। ਤੁਹਾਡੇ ਵਾਲੇ ਪਾਸੇ ਉਸ ਨਜ਼ਰ ਦੇ ਨਾਲ ਹੀ ਇਸ ਸਮੇਂ ਆਮ ਆਦਮੀ ਪਾਰਟੀ ਦੇਖ ਰਹੀ ਹੈ। ਮਿਊਟ ਹੈ ਸਰ, ਆਡੀਓ ਨਹੀਂ ਆ ਰਿਹਾ ਤੁਹਾਡਾ। ਥੈਂਕ ਯੂ ਗੌਰਵ ਜੀ, ਥੈਂਕ ਯੂ ਜੀ। ਗੌਰਵ ਜੀ, ਹੁਣ ਆਮ ਆਦਮੀ ਪਾਰਟੀ ਤਾਂ ਕਾਂਗਰਸ ਪਾਰਟੀ ਵੱਲ ਦੇਖੂਗੀ ਜਦੋਂ ਆਪਦੀਆਂ ਸੀਟਾਂ ਆਲਮੋਸਟ ਨੈਗਲੀਜੀਬਲ ਹੈ। ਲੋਕ ਸਭਾ ਦੇ ਵਿੱਚ ਇੱਕ ਸੀਟ ਹੈ, ਉਹ ਵੀ 10 ਮਹੀਨਿਆਂ ਲਈ, ਤੇ ਕਾਂਗਰਸ ਪਾਰਟੀ ਵੱਲ ਤਾਂ ਝੱਕਣਾ ਹੀ ਪੈਣਾ ਸਪੋਰਟ ਲਈ।
ਨੈਸ਼ਨਲ ਪਾਰਟੀ ਹੈ, ਸਿਰਫ ਨਾਮ ਦੀ ਨਹੀਂ, ਆਮ ਆਦਮੀ ਪਾਰਟੀ ਵਾਂਗੂ ਅਦਰਵਾਈਜ਼ ਹੈ, ਸਟੇਟਸ ਹੈਗੀਆਂ, ਐਮਪੀਜ਼ ਹੈ, ਰਾਜ ਸਭਾ, ਲੋਕ ਸਭਾ, ਐਮਐਲਸੀਜ਼, ਐਮਐਲਏਜ਼ ਹੈ। ਦੂਜੀ ਗੱਲ, ਆਪਾਂ ਇੱਕ ਚੀਜ਼ ਦੇਖੀਏ ਗੌਰਵ ਜੀ, ਕਿ ਇਹ ਪੰਜਾਬ ਦੀ ਲੜਾਈ ਹੈ ਜਾਂ ਦਿੱਲੀ ਦੀ ਲੜਾਈ ਹੈ? ਦਿੱਲੀ ਦੀ ਆਰਡੀਨੈਂਸ ਕੰਸਰਨਸ ਦਿੱਲੀ, ਇਟ ਹੈਜ਼ ਨੋ ਕੰਸਰਨ ਵਿਦ ਪੰਜਾਬ। ਉਹਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੀ ਲੜਾਈ ਪੰਜਾਬ ਦੀ ਲੜਾਈ ਬਣਾਤੀ। ਇੱਥੋਂ ਇੱਕ ਚੀਜ਼ ਕਲੀਅਰ ਹੋ ਗਈ ਗੌਰਵ ਜੀ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਇੋਰਿਟੀ ਪੰਜਾਬ ਨਹੀਂ ਹੈ, ਪਹਿਲ ਤੇ ਦਿੱਲੀ ਹੈ, ਫਿਰ ਪੰਜਾਬ ਆਉਂਦਾ। ਪੰਜਾਬ ਦੀ ਸਰਕਾਰ ਲਈ ਆਪਦਾ ਸੂਬਾ ਬਾਅਦ ਚ ਆਉਂਦਾ ਹੈ। ਤੇ ਲੋਕਾਂ ਨੂੰ ਮੈਂ ਕਹੂੰਗਾ, ਜੋ ਦਰਸ਼ਕ ਦੇਖ ਰਹੇ ਹੈ, ਕਿ ਫਿਊਚਰ ਲਈ ਤਿਆਰ ਹੋ ਜਾਓ। ਇਹ ਸਰਕਾਰ ਨੇ ਅੱਗੇ ਵੀ ਉਹਨਾਂ ਨੂੰ ਪ੍ਰਾਇੋਰਟਾਈਜ਼ ਕਰਨਾ ਹੈ, ਆਪਾਂ ਨੂੰ ਬਾਅਦ ਕਰਨਾ ਹੈ। ਦੂਜੀ ਗੱਲ ਗੌਰਵ ਜੀ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਹੋਰ ਗੱਲ ਦੱਸੇ ਕਿ ਇਸ਼ੂ ਦਿੱਲੀ ਦਾ ਤਾਂ ਹੈ ਹੀ ਹੈ। ਭਗਵੰਤ ਮਾਨ ਸਾਹਿਬ ਜਾ ਕੇ ਸ਼ਰਦ ਪਵਾਰ ਸਾਹਿਬ ਨੂੰ ਮਿਲ ਕੇ ਆਏ, ਉद्धਵ ਠਾਕਰੇ ਸਾਹਿਬ ਨੂੰ ਮਿਲ ਕੇ ਆਏ, ਮਮਤਾ ਬੈਨਰਜੀ ਨੂੰ ਮਿਲ ਕੇ ਆਏ। ਸਾਡਾ ਮਤਲਬ ਸਾਡੇ ਐਕਸਪੈਂਡੀਚਰ ਕਿਉਂ ਹੋ ਰਹੇ ਹੈ ਪੰਜਾਬ ਦੇ, ਜਿਹੜੇ ਵਹੀਕਲ ਯੂਜ਼ ਹੋ ਰਿਹਾ ਗੌਰਵ ਜੀ, ਚਾਹੇ 에ਅਰਬੋਰਨ ਗਏ, ਚਾਹੇ ਜਹਾਜ਼ ਤੇ ਗਏ, ਚਾਹੇ ਗੱਡੀਆਂ ਤੇ ਗਏ, ਨਾਲ ਸਿਕਿਉਰਿਟੀ ਲੈ ਕੇ ਗਏ, ਹੋਰ ਚੀਜ਼ਾਂ ਹੋਈਆਂ, ਮੈਨੇਜਮੈਂਟ ਹੋਈ, ਖਰਚਾ ਕਿੰਨਾ ਹੋਇਆ? ਉਹ ਪੰਜਾਬ ਦੀ ਲੜਾਈ ਨਹੀਂ ਹੈ। ਪੰਜਾਬ ਦਾ ਪੈਸਾ ਕਿਉਂ ਇਹਦੇ ਬਰਬਾਦ ਕਰ ਰਹੀ ਆਮ ਆਦਮੀ ਪਾਰਟੀ? ਦੂਜਾ ਸਵਾਲ, ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਮੈਂ ਇੱਕ ਛੋਟੀ ਚੀਜ਼ ਸਮਝਣੀ ਚਾਹੁੰਦਾ। ਤੁਹਾਨੂੰ ਲੱਗਦਾ ਕਿ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਆਰਡੀਨੈਂਸ ਦੀ ਵਜ੍ਹਾ ਨਾਲ ਹੋਇਆ? ਆਮ ਆਦਮੀ ਪਾਰਟੀ ਨੇ ਮੀਟਿੰਗਸ ਕੀਤੀਆਂ ਮਮਤਾ ਬੈਨਰਜੀ ਨਾਲ, ਸ਼ਰਦ ਪਵਾਰ ਸਾਹਿਬ ਨਾਲ, ਠਾਕਰੇ ਸਾਹਿਬ ਨਾਲ। ਕੀ ਇਸ਼ੂ ਸੀਗਾ? ਜਿਨ੍ਹਾਂ ਨਾਲ ਮੀਟਿੰਗ ਕੀਤੀ ਮਮਤਾ ਬੈਨਰਜੀ ਨਾਲ, ਉਹਨਾਂ ਨੇ ਵੀ ਇਹ ਸਟੈਂਡ ਲਿਆ ਵੀ ਨੀਤੀ ਆਯੋਗ ਨੂੰ ਅਸੀਂ ਬਾਈਕਾਟ ਕਰਨਾ, ਮੀਟਿੰਗ ਨੂੰ। ਸੋ ਇਹਦਾ ਝਲਕ ਰਿਹਾ ਨਾ, ਇੱਥੇ ਤਾਂ ਸੰਘੇੜਾ ਸਾਹਿਬ ਨੇ ਆਪ ਕਹਿਤਾ, ਐਡਮਿਟ ਕਰ ਲਿਆ ਕਿ ਦਿੱਲੀ ਦੀ ਆਰਡੀਨੈਂਸ ਵੀ ਇਸ਼ੂ ਹੈਗਾ। ਸੋ ਸਾਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ, ਅਜ਼ੰਪਸ਼ਨ ਨਹੀਂ ਹੈ, ਸੱਚਾਈ ਆਮ ਆਦਮੀ ਪਾਰਟੀ ਨੇ ਦੱਸਤੀ। ਬੜੇ ਜ਼ਰੂਰੀ ਪੁਆਇੰਟਸ ਹੈ ਗੌਰਵ ਜੀ। ਤੀਜੀ ਗੱਲ, ਆਮ ਆਦਮੀ ਪਾਰਟੀ ਉੱਥੇ ਨਾ ਜਾ ਕੇ ਕੀ ਕਰ ਰਹੀ ਹੈ? ਪਹਿਲੀ ਚੀਜ਼, ਚਾਰ ਚੀਜ਼ਾਂ ਹੋ ਰਹੀਆਂ। ਪੰਜਾਬ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਗੌਰਵ ਜੀ, ਉਹ ਜ਼ੀਰੋ ਹੋ ਗਈ। ਬੜੇ ਵੱਡੇ ਇਸ਼ੂ ਸੀਗੇ, ਬੜੇ ਵੱਡੇ ਕੰਸਰਨ ਸੀ, ਉਹ ਸਾਰੇ ਅਨਐਡਰੈਸਡ ਗਏ। ਦੂਜੀ ਗੱਲ, ਇਹ ਕਹਿੰਦਾ ਫੈਡਰਲ ਢਾਂਚੇ ਨੂੰ ਬੀਜੇਪੀ ਵਾਇਲੇਟ ਕਰ ਰਹੀ ਹੈ। ਗੌਰਵ ਜੀ, ਨੀਤੀ ਆਯੋਗ ਦੇ ਵਿੱਚ ਸੈਂਟਰ ਤੇ ਸਟੇਟ ਦਾ ਸੰਮੇਲਨ ਹੁੰਦਾ ਹੈ, ਗੱਲਬਾਤ ਹੁੰਦੀ ਹੈ, ਇਸ਼ੂਜ਼ ਐਡਰੈਸ ਹੁੰਦੇ ਹੈ, ਫੈਡਰਲ ਸਟਰਕਚਰ ਤਕੜਾ ਬਣਦਾ ਹੈ। ਤੇ ਇਹਨਾਂ ਨੇ ਮੌਕੇ ਨੂੰ ਖਰਾਬ ਆਪ ਹੀ ਕਰਤਾ, ਦੋਹਰੇ ਮਾਪਦੰਡ ਆ ਗਏ। ਤੀਜੀ ਗੱਲ ਕੀ ਹੋਈ ਹੈ, ਉੱਥੇ ਤਿੰਨ ਚੀਜ਼ਾਂ ਬਹੁਤ ਅਹਿਮ ਡਿਸਕਸ ਹੋਣੀਆਂ ਸੀਗੀਆਂ, ਸਿਹਤ, ਹੈਲਥ, ਇਨਫਰਾਸਟ੍ਰਕਚਰ ਡਿਵੈਲਪਮੈਂਟ ਤੇ ਮਹਿਲਾ ਸਸ਼ਕਤੀਕਰਨ। ਆਮ ਆਦਮੀ ਪਾਰਟੀ ਲਈ ਇਹ ਇਸ਼ੂਜ਼ ਨਹੀਂ ਹੈ। ਤੇ ਚੌਥੀ ਗੱਲ ਗੌਰਵ ਜੀ, ਹੁਣ ਆਮ ਆਦਮੀ ਪਾਰਟੀ ਮੈਨੂੰ ਇਹ ਗੱਲ ਦੱਸੇ ਕਿ ਇਹ ਕਰਕੇ ਦਿੱਲੀ ਦੀ ਆਰਡੀਨੈਂਸ ਕੀ ਸਰਕਾਰ ਵਾਪਸ ਲੈ ਲੂਗੀ, ਕਿ ਉਹ ਬਿੱਲ ਨਹੀਂ ਲੈ ਕੇ ਆਊਗੀ, ਜਾਂ ਕੀ ਆਰਟੀਐਫ ਦਾ ਪੈਸਾ ਆ ਜਾਊਗਾ? ਉਹਦਾ ਜਵਾਬ ਨਹੀਂ, ਉਹ ਤਾਂ ਕਹਿ ਰਹੇ ਨਾ ਕਿ ਤੁਸੀਂ ਰਾਜ ਸਭਾ ਦੇ ਵਿੱਚ ਮਦਦ ਕਰ ਦਿਓ। ਰਾਜ ਸਭਾ ਦੇ ਵਿੱਚ ਉਹਨਾਂ ਦੇ ਕੋਲ ਨੰਬਰ ਪੂਰੇ ਨਹੀਂ, ਤੁਸੀਂ ਜੇ ਅਗੇਂਸਟ ਹੋ ਗਏ ਬਿੱਲ ਦੇ, ਜਿਹੜਾ ਆਰਡੀਨੈਂਸ ਬਿੱਲ ਦੇ ਰੂਪ ਦੇ ਵਿੱਚ ਆਏਗਾ, ਰਾਜ ਸਭਾ 'ਚ ਪਾਸ ਨਾ ਹੋਇਆ ਤਾਂ ਬਸ ਬਣ ਗਈ ਗੱਲ। ਗੱਲ ਇਸ ਤਰ੍ਹਾਂ ਨਾ ਗੌਰਵ ਜੀ, ਮੈਂ ਤੁਹਾਨੂੰ ਦੱਸਿਆ ਤਾਂ ਹੈ, ਲਾਠੀ ਦਾ ਸਹਾਰਾ ਚਾਹੀਦਾ ਹੈ, ਲੇਕਿਨ ਲਾਠੀ ਆਮ ਆਦਮੀ ਪਾਰਟੀ ਨੂੰ ਐ ਲੱਗਦਾ ਹੈ ਕਿ ਅਸੀਂ ਪੋਲਿਟਿਸਾਈਜੇਸ਼ਨ ਵੀ ਕਰਾਂਗੇ, ਰਾਜਨੀਤੀਕਰਨ ਵੀ ਕਰਾਂਗੇ ਤੇ ਸਪੋਰਟ ਵੀ ਲਵਾਂਗੇ। ਇਹ ਨਹੀਂ, ਵਾਕਈ ਦਿੱਲੀ ਦਾ ਇਸ਼ੂ ਹੋਵੇ ਤੇ ਇਹਨਾਂ ਨੇ ਇਹ ਸਾਡੇ ਕੋਲ ਆਉਣ ਵਿਦ ਜੈਨੂਇਨ ਇੰਟੈਂਸ਼ਨ ਕਿ ਸਾਨੂੰ ਸਪੋਰਟ ਕਰੋ, ਸੋਚਾਂਗੇ, ਲੇਕਿਨ ਰਾਜਨੀਤੀਕਰਨ ਨਾ ਕਰੋ ਤੁਸੀਂ ਇਹ ਚੀਜ਼ ਕਰਕੇ। ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਦੂਜਾ ਗੌਰਵ ਜੀ, ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸਾਂ, ਇਹ ਬੜਾ ਨਾ ਫਲॉप ਪਲਾਨ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਜੇ ਉੱਥੇ ਜਾ ਕੇ ਅਟੈਂਡ ਕਰਦੀ, ਪੰਜਾਬੀ ਰਿਪਰੈਜ਼ੈਂਟੇਸ਼ਨ ਹੁੰਦੀ, ਐਡਰੈਸ ਕਰਕੇ ਰਿਪਰੈਜ਼ੈਂਟੇਸ਼ਨ ਕਰਵਾ ਕੇ, ਉਹ ਤੋਂ ਬਾਅਦ ਆਲੋਚਨਾ ਕਰਦੇ, ਬਾਹਰ ਆ ਕੇ ਮੀਟਿੰਗ ਤੋਂ ਮੀਡੀਆ ਨੂੰ ਐਡਰੈਸ ਕਰਦੇ, ਕਹਿੰਦੇ ਵੀ ਭਾਰਤੀ ਜਨਤਾ ਪਾਰਟੀ ਧੱਕਾ ਕਰ ਰਹੀ, ਆਰਡੀਐਫ ਨਹੀਂ ਦੇ ਰਹੀ, ਆਲੋਚਨਾ ਵੀ ਵਧੀਆ ਹੁੰਦੀ, ਮੀਡੀਆ ਪਬਲਿਸਿਟੀ ਵੀ ਮਿਲਦੀ ਤੇ ਇਸ਼ੂ ਵੀ ਬਣਦਾ। ਇਹਨਾਂ ਨੇ ਉਹ ਵੀ ਖਰਾਬ ਕਰ ਲਿਆ ਤਜਰਬਾ ਨਾ ਹੋਣ ਕਰਕੇ। ਮੈਂ ਇਹਨਾਂ ਨੂੰ ਗੱਲ ਕਹਿਣਾ, ਇਹਨਾਂ ਨੇ ਇੱਕ ਗੱਲ ਕਹੀ ਸੀ ਗੌਰਵ ਜੀ ਅੱਜ ਤੋਂ ਤਕਰੀਬਨ 20-25 ਦਿਨ ਪਹਿਲਾਂ, ਕਿ ਜੇ ਆਰਡੀਐਫ ਦਾ ਪੈਸਾ ਨਾ ਮਿਲਿਆ ਨਾ ਸਾਨੂੰ, ਅਸੀਂ ਕੋਰਟ ਜਾਵਾਂਗੇ। ਤੇ ਉਹ ਗੱਲ ਤੇ ਇੰਨੇ ਦਿਨ ਹੋ ਗਏ, ਹਫ਼ਤੇ ਹੋ ਗਏ ਗੌਰਵ ਜੀ। ਮੇਰਾ ਸਵਾਲ ਸੰਘੇੜਾ ਸਾਹਿਬ ਨੂੰ ਇਹ ਹੈ ਕਿ ਕਹਿ ਕੇ ਮੁੱਕਰ ਕਿਉਂ ਜਾਂਦੇ ਹੋ ਤੁਸੀਂ? ਕੋਰਟ ਗਏ ਕਿਉਂ ਨਹੀਂ? ਤੇ ਦਿੱਲੀ ਦੀ ਆਰਡੀਨੈਂਸ ਤੇ ਵੀ ਗੌਰਵ ਜੀ ਸਵਾਲ ਇਹਨਾਂ ਨੂੰ ਇਹ ਪੁੱਛੋ। ਕੇਜਰੀਵਾਲ ਸਾਹਿਬ ਕਹਿੰਦੇ ਜੁਲਾਈ ਦੇ ਵਿੱਚ, ਪਹਿਲੇ ਹਫ਼ਤੇ ਦੇ ਵਿੱਚ, ਬੈਗ ਆਫ ਪਾਰਡਨ, ਕਹਿੰਦੇ ਅਸੀਂ ਕੋਰਟ ਜਾਵਾਂਗੇ। ਜੂਨ ਦਾ ਪੂਰਾ ਮਹੀਨਾ ਗੌਰਵ ਜੀ ਛੁੱਟੀਆਂ ਹੈ, ਪਰ ਵੈਕੇਸ਼ਨ ਬੈਂਚ ਬਹਿੰਦਾ ਹੈ, ਜੱਜਿਸ ਬਹਿੰਦੇ ਛੁੱਟੀਆਂ ਦੇ ਵਿੱਚ ਵੀ, ਉਹਦੇ ਬਾਵਜੂਦ ਆਮ ਆਦਮੀ ਪਾਰਟੀ। ਚਲੋ ਮੈਂ ਜਵਾਬ ਲਵਾਂਗਾ, ਹੋਪਫੁਲੀ ਤੁਸੀਂ ਆਪਣੇ ਸਾਰੇ ਪੁਆਇੰਟਸ ਰੱਖੇ ਨੇ, ਆਪਾਂ ਜਵਾਬ ਲਵਾਂਗੇ। ਪਹਿਲਾਂ ਮੈਂ ਭੁੱਲਰ ਜੀ ਦਾ ਰੁਖ ਕਰਦਾ, ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਭੁੱਲਰ ਸਾਹਿਬ। ਪੁਆਇੰਟ ਨੰਬਰ 1 ਕਿ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨਾ, ਅਕਾਲੀ ਦਲ ਦੇ ਆਗੂ, ਤੁਸੀਂ ਵੀ ਸੁਣੇ ਹੋਣੇ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਬੋਲ ਰਹੇ ਸੀ, ਤੁਹਾਨੂੰ ਗਲਤ ਕਿਉਂ ਲੱਗ ਰਿਹਾ ਹੈ? ਪੁਆਇੰਟ ਨੰਬਰ 2 ਸਵਾਲ ਇਹ ਵੀ ਹੈ ਕਿ ਜੇਕਰ ਕੋਈ ਸੁਣੇ ਹੀ ਨਾ
ਫਿਰ ਬਾਰ-ਬਾਰ ਜਾ ਕੇ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਾਡੇ ਤਾਂ ਸੁਣਦੇ ਨਹੀਂ, ਜਾਂ ਫਿਰ ਜੇ ਮੀਟਿੰਗ ਹੁੰਦੀ ਹੈ ਤਾਂ ਉਸ ਦੇ ਵਿੱਚ ਕੋਈ ਹੱਲ ਨਿਕਲਦਾ ਨਹੀਂ, ਕਿ ਜੇਕਰ ਇਹ ਵਾਰ-ਵਾਰ ਹੋ ਰਿਹਾ ਹੋਵੇ ਤਾਂ ਫਿਰ ਹੱਲ ਬਚ ਕੀ ਜਾਂਦਾ ਹੈ? ਮੀਟਿੰਗ ਦਾ ਬਾਈਕਾਟ ਵੀ ਵਿਰੋਧ ਦਾ ਇੱਕ ਤਰੀਕਾ ਤਾਂ ਹੁੰਦਾ ਨਾ। ਗੌਰਵ ਜੀ, ਗੱਲ ਇਸ ਤਰ੍ਹਾਂ ਹੈਗੀ ਹੈ, ਆਮ ਆਦਮੀ ਪਾਰਟੀ ਦੀ ਇੱਕ ਨੇਚਰ ਬਣ ਚੁੱਕੀ ਹੈ ਕਿ ਹਰ ਗੱਲ ਦੇ ਉੱਤੇ ਇਹਨਾਂ ਨੇ ਉਲਟਾ ਚੱਲਣਾ, ਸਿੱਧਾ ਨਹੀਂ ਚੱਲਣਾ। ਹਰ ਗੱਲ ਦੇ ਉੱਤੇ ਇਹਨਾਂ ਨੇ ਰੁੰਡੀ ਪਿੱਟਣੀ ਹੈ, ਜਿਸ ਤਰ੍ਹਾਂ ਨਿਆਣੇ ਪਿੱਟਦੇ ਹੁੰਦੇ ਨਾ ਕਿ ਨਹੀਂ ਜੀ ਮੈਂ ਨਹੀਂ ਖੇਡਣਾ ਤੇ ਨਾ ਹੀ ਮੈਂ ਖੇਡਣ ਦੇਣਾ, ਉਹ ਹਾਲ ਇਹਨਾਂ ਦਾ ਹੋ ਗਿਆ। ਇਹ ਕੋਈ ਕਮੇਡੀ ਸ਼ੋਅ ਨਹੀਂ ਹੈਗੇ, ਇਹ ਕੋਈ ਨਿਆਣਿਆਂ ਦਾ ਖੇਡ ਨਹੀਂ ਹੈਗਾ। ਸਰਕਾਰ ਚਲਾ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ, ਲੋਕਾਂ ਨੇ ਤੁਹਾਨੂੰ ਇੱਕ ਮੈਂਡੇਟ ਦਿੱਤਾ ਹੈ, ਬੋਰੀਆਂ ਭਰ ਕੇ ਤੁਹਾਨੂੰ ਵੋਟਾਂ ਪਾਈਆਂ ਨੇ, ਔਰ ਤੁਸੀਂ ਅੱਜ ਉਹਨਾਂ ਲੋਕਾਂ ਦੀਆਂ ਜਿਹੜੇ ਜ਼ਿੰਦਗੀਆਂ ਨੇ ਉਹਨਾਂ ਨਾਲ ਖੇਡ ਰਹੇ ਹੋ। ਤੁਸੀਂ ਆਪਣੀ ਸਿਕਿਉਰਿਟੀ ਵਾਸਤੇ ਤੇ ਚਲੇ ਜਾਂਦੇ ਹੋ ਹੋਮ ਮਿਨਿਸਟਰ ਸਾਹਿਬ ਕੋਲ, ਤੁਸੀਂ 50 ਕੰਪਨੀਆਂ ਪੰਜਾਬ ਦੇ ਵਿੱਚ ਲੈਣ ਵਾਸਤੇ ਚਲੇ ਜਾਂਦੇ ਹੋ, ਨੌਜਵਾਨਾਂ ਨੂੰ ਚੱਕ ਕੇ ਤੁਸੀਂ ਉਹਨਾਂ ਕੰਪਨੀਆਂ ਥਰੂ ਅੰਦਰ ਵੀ ਕਰਦੇ ਹੋ। ਲੇਕਿਨ ਜਦੋਂ ਗੱਲ ਆਉਂਦੀ ਹੈਗੀ ਹੈ ਕਿ ਜਾ ਕੇ ਉੱਥੇ ਪੈਸੇ ਦੀ ਗੱਲ ਹੈ, ਔਰ ਬਾਕੀ ਹੋਰ ਵੀ ਕਈ ਮੀਟਿੰਗਸ ਹੋਣੀਆਂ ਨੇ, ਸਾਰੇ ਮੁੱਖ ਮੰਤਰੀ ਉੱਥੇ ਹੁੰਦੇ, ਤੁਹਾਡੇ ਆਪਣਾ ਇੱਕ ਵਿਊਜ਼ ਐਕਸਚੇਂਜ ਹੁੰਦੇ ਆ, ਔਰ ਤੁਸੀਂ ਉੱਥੇ ਜਾਣਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਰੋਂਡੀ ਪਿੱਟਣੀ ਹੈ, ਤੁਸੀਂ ਰੌਲਾ ਪਾਉਣਾ ਹੈ, ਲੋਕਾਂ ਅੱਗੇ ਵਿਚਾਰੇ ਬਣਨਾ ਹੈ ਕਿ ਦੇਖੋ ਜੀ ਸਾਡਾ ਕਿੰਨਾ ਧੱਕਾ ਹੋ ਰਿਹਾ। ਇਹ ਆਦਤ ਹੈ ਇਹਨਾਂ ਦੀ, ਮਜਬੂਰ ਨੇ ਇਸ ਗੱਲ ਦੇ ਉੱਤੋਂ। ਔਰ ਇਹਨਾਂ ਦੇ ਇੱਕ ਪ੍ਰਵਕਤਾ ਹੁਣੇ ਥੋੜੀ ਦੇਰ ਪਹਿਲਾਂ ਇੱਕ ਨਿਊਜ਼ ਚੈਨਲ ਤੇ ਮੇਰੇ ਨਾਲ ਸੀਗੇ, ਔਰ ਉਹਨਾਂ ਨੇ ਸਾਫ਼ ਕਿਹਾ ਵੀ ਇਹ ਖਬਰ ਬਣੀ ਹੈ, ਅਗਰ ਅਸੀਂ ਇਹ ਨਾ ਕਰਦੇ ਤਾਂ ਸਾਡੀ ਖਬਰ ਨਹੀਂ ਬਣਨੀ ਸੀ।